ਓਮ ਸ਼ਾਂਤੀ। ਅੱਜ 24/9/2022 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਪਹਿਲੇ ਨਿਸ਼ਚੈ ਕਰੋ ਕਿ ਮੈਂ ਆਤਮਾ ਹਾਂ। ਪ੍ਰਵਿਰਤੀ ਵਿੱਚ ਰਹਿੰਦੇ ਖੁਦ ਨੂੰ ਸ਼ਿਵ ਬਾਬਾ ਦਾ ਬੱਚਾ ਅਤੇ ਪੋਤਰਾ ਸਮਝ ਕੇ ਚਲੋ, ਇਹ ਹੀ ਮਿਹਨਤ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਤੁਸੀਂ ਸਭ ਪੁਰਸ਼ਾਰਥੀ ਬੱਚੇ ਕਿਸ ਇੱਕ ਗੁਪਤ ਰਾਜ ਨੂੰ ਚੰਗੀ ਤਰ੍ਹਾਂ ਜਾਣਦੇ ਹੋ? ਅੱਜ ਬਾਬਾ ਦਾ ਉੱਤਰ ਹੈ, ਅਸੀਂ ਜਾਣਦੇ ਹਾਂ ਕਿ ਹਲੇ ਤੱਕ 16 ਕਲਾ ਸੰਪੂਰਨ ਕੋਈ ਵੀ ਬਣਿਆ ਨਹੀਂ ਹੈ। ਸਭ ਪੁਰਸ਼ਾਰਥ ਕਰ ਰਹੇ ਹੈ। ਮੈਂ ਸੰਪੂਰਨ ਬਣ ਗਿਆ ਹਾਂ, ਇਹ ਕਹਿਣ ਦੀ ਤਾਕਤ ਕਿਸੇ ਵਿੱਚ ਵੀ ਨਹੀਂ ਹੋ ਸਕਦੀ, ਕਿਉਂਕਿ ਜੇਕਰ ਸੰਪੂਰਨ ਬਣ ਜਾ ਤਾਂ ਇਹ ਸਰੀਰ ਹੀ ਛੁੱਟ ਜਾਵੇ। ਸਰੀਰ ਛੁੱਟੇ ਤਾਂ ਸੂਖਸ਼ਮ ਵਤਨ ਵਿੱਚ ਬੈਠਣਾ ਪਏ। ਮੂਲ ਵਤਨ ਵਿੱਚ ਤਾਂ ਕੋਈ ਜਾ ਨਹੀਂ ਸਕਦਾ, ਕਿਉਂਕਿ ਜਦ ਤੱਕ ਵਰਾਈਡ ਗਰੂਮ ਨਾ ਜਾਵੇ ਉਦੋਂ ਤੱਕ ਵਰਾਈਡਸ ਕਿਵੇਂ ਜਾ ਸਕਣਗੀਆਂ। ਇਹ ਵੀ ਗੁਪਤ ਰਾਜ ਹੈ। ਗੀਤ ਹੈ ਅੱਜ ਦਾ, ਮੁਖੜਾ ਦੇਖ ਲੈ ਪ੍ਰਾਣੀ ਜਰਾ ਦਰਪਨ में, कितने पाप पुण्य किए तूने जीवन में। ਓਮ ਸ਼ਾਂਤੀ। ਹੁਣ ਇਹ ਤਾਂ ਬੱਚੇ ਸਮਝ ਗਏ ਹੈ ਕਿ ਇਹਨਾਂ ਦਾ ਨਾਮ ਸ਼ਿਵ ਤੇ ਨਹੀਂ ਹੈ, ਉਹ ਹੈ ਨਿਰਾਕਾਰ ਸ਼ਿਵ ਭਗਵਾਨੂ ਵਾਚ। ਬੱਚੇ ਸਮਝਦੇ ਹੈ ਕਿ ਨਿਰਾਕਾਰ ਤਾਂ ਸ਼ਿਵ ਬਾਬਾ ਨੂੰ ਹੀ ਕਿਹਾ ਜਾਂਦਾ ਹੈ, ਹੋਰ ਕੋਈ ਮਨੁੱਖ ਮਾਤਰ ਨੂੰ ਨਹੀਂ ਕਹਾਂਗੇ। ਨਿਰਾਕਾਰ ਪਾਤਿਤ ਪਾਵਨ ਸ਼ਿਵ ਬਾਬਾ ਹੀ ਗਿਆਨ ਦਾ ਸਾਗਰ ਹੈ। ਉਹ ਇਸ ਤਨ ਦੁਆਰਾ ਬੈਠ ਸਮਝਾਉਂਦੇ ਹੈ। ਉਸ ਨੂੰ ਪਰਮ ਪਿਤਾ ਪਰਮਾਤਮਾ ਕਹਿੰਦੇ ਹੈ। ਪਿਤਾ ਨੂੰ ਅਤੇ ਆਪਣੀ ਆਤਮਾ ਨੂੰ ਸਮਝਣਾ ਹੈ। ਮਨੁੱਖ ਨੂੰ ਆਪਣੀ ਆਤਮਾ ਦਾ ਪਤਾ ਨਹੀਂ ਹੈ ਕਿ ਆਤਮਾ ਕੀ ਚੀਜ਼ ਹੈ। ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ ਸੈਲਫ ਰਿਅਲਾਈਜੇਸ਼ਨ। ਸੈਲਫ ਜਾਨੀ ਆਤਮਾ ਕੀ ਚੀਜ਼ ਹੈ। ਭਾਵੇਂ ਕਹਿੰਦੇ ਵੀ ਹੈ ਭਰੂਕੁਟੀ ਦੇ ਵਿੱਚ ਸਿਤਾਰਾ ਰਹਿੰਦਾ ਹੈ, ਬਸ ਫਿਰ ਕਹਿਣ ਮਾਤਰ ਕਹਿ ਦਿੰਦੇ ਹੈ ਆਤਮਾ ਸਟਾਰ ਹੈ, ਨਿਰਾਕਾਰ ਹੈ। ਤਾਂ ਉਹਨਾਂ ਦਾ ਬਾਪ ਵੀ ਤਾਂ ਨਿਰਾਕਾਰ ਹੋਵੇਗਾ, ਛੋਟਾ ਵੱਡਾ ਤਾਂ ਹੋ ਨਹੀਂ ਸਕਦਾ। ਜਿਵੇਂ ਆਤਮਾ ਹੈ ਉਵੇਂ ਪਰਮਾਤਮਾ ਹੈ। ਉਹ ਹੈ ਸੁਪਰੀਮ, ਸਭ ਤੋਂ ਊਂਚ ਤੋਂ ਊਂਚ। ਪਹਿਲੇ ਤਾਂ ਆਤਮਾ ਨੂੰ ਸਮਝਣਾ ਹੈ ਕਿ ਆਤਮਾ ਕਿਸ ਦੀ ਸੰਤਾਨ ਹੈ, ਉਹ ਕਿਵੇਂ ਪਾਤਿਤ ਤੋਂ ਪਾਵਨ ਬਣਦੀ ਹੈ, ਉਹ ਕਿਵੇਂ ਪੁਨਰ ਜਨਮ ਲੈਂਦੀ ਹੈ, ਕੁਝ ਵੀ ਜਾਣਦੇ ਨਹੀਂ। ਪਹਿਲਾਂ ਤਾਂ ਇਹ ਨਾਲੇਜ ਚਾਹੀਦੀ ਹੈ ਕਿ ਆਤਮਾ ਕੀ ਚੀਜ਼ ਹੈ। ਬਾਪ ਹੀ ਆ ਕੇ ਆਤਮਾਵਾਂ ਨੂੰ ਦੱਸਦੇ ਹੈ ਕਿ ਆਤਮਾ ਸਟਾਰ ਮਿਸਲ ਹੈ। ਇਹਨਾਂ ਅੱਖਾਂ ਨਾਲ ਵੇਖੀ ਨਹੀਂ ਜਾ ਸਕਦੀ। ਵੇਖਣ ਦੇ ਲਈ ਦਿਵਯ ਦ੍ਰਿਸ਼ਟੀ ਚਾਹੀਦੀ ਹੈ। ਭਾਵੇਂ ਹਸਪੀਟਲ ਵਿੱਚ ਕਿੰਨਾ ਮੱਥਾ ਮਾਰਨ ਆਤਮਾ ਨੂੰ ਵੇਖਣ ਦੇ ਲਈ, ਪਰੰਤੂ ਆਤਮਾ ਨੂੰ ਵੇਖ ਨਹੀਂ ਸਕਦੇ। ਅਤੀ ਸੂਖਸ਼ਮ ਹੈ। ਬਾਬਾ ਆਖਦੇ ਨੇ, ਪਹਿਲੇ ਤਾਂ ਇਹ ਨਿਸ਼ਚੈ ਚਾਹੀਦਾ ਹੈ ਕਿ ਮੈਂ ਆਤਮਾ ਅਤੀ ਸੂਖਸ਼ਮ ਹਾਂ। ਬਾਪ ਉਹਨਾਂ ਨੂੰ ਹੀ ਸਮਝਾਉਂਦੇ ਹੈ ਜਿਨ੍ਹਾਂ ਦੀ ਆਤਮਾ ਵਿੱਚ 84 ਜਨਮਾਂ ਦਾ ਪਾਠ ਨੁੰਦਿਆ ਹੋਇਆ ਹੈ। ਫਿਰ ਪਰਮਾਤਮਾ ਖੁਦ ਹੀ ਰਿਅਲਾਈਜ਼ ਕਰਵਾਉਂਦੇ ਹੈ। ਉਹ ਆਤਮਾ ਥੋੜੀ ਨਾ ਕਰਵਾ ਸਕਦੀ ਹੈ। ਪਰਮਾਤਮਾ ਖੁਦ ਹੀ ਰਿਅਲਾਈਜ਼ ਕਰਵਾਉਂਦੇ ਹੈ ਕਿ ਮੈਂ ਤੁਹਾਡਾ ਬਾਪ ਅਤੀ ਸੂਖਸ਼ਮ ਹਾਂ। ਡਰਾਮੇ ਵਿੱਚ ਸਾਰੀ ਐਕਟ ਨੁੰਦੀ ਹੋਈ ਹੈ। ਇਹਨਾਂ ਦੇ ਪਾਠ ਵਿੱਚ ਕੁਝ ਵੀ ਚੇਂਜ ਨਹੀਂ ਹੋ ਸਕਦਾ। ਬਾਪ ਕਹਿੰਦੇ ਹੈ, ਮੈਂ ਕਿਸੇ ਨੂੰ ਬਿਮਾਰੀ ਆਦਿ ਤੋਂ ਕੋਈ ਠੀਕ ਕਰਨ ਥੋੜੇ ਹੀ ਨਾ ਆਂਦਾ ਹਾਂ। ਇਹ ਜਿਸਮਾਨੀ ਬਿਮਾਰੀ ਆਦਿ ਤਾਂ ਕਰਮ ਭੋਗ ਹੈ। ਤੁਸੀਂ ਤਾਂ ਮੈਨੂੰ ਕਹਿੰਦੇ ਹੀ ਹੋ ਪਾਤਿਤ ਪਾਵਨ ਨਾਲੇਜਫੁੱਲ ਗਿਆਨ ਦਾ ਸਾਗਰ ਆਓ, ਸਾਨੂੰ ਆ ਕੇ ਪਾਵਨ ਬਣਾਓ, ਰਾਜਯੋਗ ਵੀ ਸਿਖਾਓ। ਪਰਮਾਤਮਾ ਨੂੰ ਹੀ ਬੁਲਾਉਂਦੇ ਹੈ। ਫਿਰ ਵਿੱਚੋਂ ਦੀ ਕ੍ਰਿਸ਼ਨ ਕਿੱਥੋਂ ਆਇਆ? ਸ਼੍ਰੀ ਕ੍ਰਿਸ਼ਨ ਨੂੰ ਸਾਰੇ ਇਹ ਗੋਡ ਫਾਦਰ ਥੋੜੀ ਨਾ ਕਹਿਣਗੇ। ਸਾਰੀ ਆਤਮਾਵਾਂ ਦਾ ਬਾਪ ਨਿਰਾਕਾਰ ਹੈ। ਉਹ ਹੈ ਦੁੱਖ ਹਰਤਾ ਸੁਖ ਕਰਤਾ। ਉਹ ਕਿਵੇਂ ਆਇਆ, ਕਿਵੇਂ ਪਾਠ ਬਜਾਇਆ, ਕੁਛ ਵੀ ਜਾਣਦੇ ਨਹੀਂ। ਸ਼ਾਸਤਰਾਂ ਆਦਿ ਵਿੱਚ ਤਾਂ ਕੁਛ ਹੈ ਨਹੀਂ। ਗੀਤਾ ਹੈ ਸਰਵ ਸ਼ਾਸਤਰਮਈ ਸ਼੍ਰੋਮਣੀ, ਜਿਸ ਗੀਤਾ ਨਾਲ ਹੀ ਸਤਜੁਗੀ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਹੋਈ। ਪਿੱਛੋਂ ਫਿਰ ਬਾਲ ਬੱਚੇ ਆਏ। ਧਰਮ ਸ਼ਾਸਤਰ ਮੁੱਖ ਕਿਹੜੇ ਹਨ? ਉਸ ਦੇ ਬਾਪ ਸਮਝਾਉਂਦੇ ਹੈ, ਮੁੱਖ ਹੈ ਗੀਤਾ, ਜਿਸ ਨਾਲ ਬ੍ਰਾਹਮਣ ਸੂਰਜਵੰਸ਼ੀ ਚੰਦਰਵੰਸ਼ੀ ਧਰਮ ਦੀ ਸਥਾਪਨਾ ਹੋਈ।
ਸੰਗਮ ਯੁੱਗ ਹੈ ਹੀ ਬ੍ਰਾਹਮਣ ਧਰਮ। ਤੁਸੀਂ ਜਾਣਦੇ ਹੋ ਬਾਬਾ ਸਾਨੂੰ ਗਿਆਨ ਸੁਣਾ ਰਹੇ ਹੈ ਜਿਸ ਨਾਲ ਅਸੀਂ ਸ਼ੂਦਰ ਤੋਂ ਬ੍ਰਾਹਮਣ ਬਣਦੇ ਹਾਂ, ਫਿਰ ਸੂਰਜਵੰਸ਼ੀ ਚੰਦਰਵੰਸ਼ੀ ਬਣਾਂਗੇ। ਇਹ ਤਾਂ ਪੱਕਾ ਯਾਦ ਕਰ ਲੈਣਾ ਚਾਹੀਦਾ ਹੈ। ਪਰਮ ਪਿਤਾ ਪਰਮਾਤਮਾ ਨੇ ਬ੍ਰਾਹਮਣ ਦੇਵਤਾ ਛਤਰੀਆ ਧਰਮ ਦੀ ਸਥਾਪਨਾ ਕੀਤੀ। ਬਾਬਾ ਨੇ ਆਤਮਾ ਤੇ ਵੀ ਸਮਝਾਇਆ ਹੈ। ਕਈ ਬੱਚੇ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨ ਵਿੱਚ ਮੂਝਦੇ ਹਨ। ਅਰੇ ਤੁਸੀਂ ਆਤਮਾ ਹੋ ਨਾ, ਤੁਹਾਡਾ ਬਾਪ ਹੈ ਸ਼ਿਵ। ਜਿਵੇਂ ਆਤਮਾ ਆਰਗਨਸ ਬਿਨਾਂ ਕੁਝ ਵੀ ਕਰ ਨਹੀਂ ਸਕਦੀ, ਉਵੇਂ ਨਿਰਾਕਾਰ ਬਾਪ ਨੂੰ ਵੀ ਤਾਂ ਆਰਗਨਸ ਚਾਹੀਦੇ ਹੈ। ਉਹ ਆ ਕੇ ਸਾਨੂੰ ਸਮਝਾਉਂਦੇ ਹੈ ਆਤਮਾ ਦਾ ਕੀ ਰੂਪ ਹੈ, ਪਰਮਾਤਮਾ ਦਾ ਕੀ ਰੂਪ ਹੈ। ਇਹ ਤਾਂ ਕਹਿਣ ਮਾਤਰ ਕਹਿੰਦੇ ਹੈ ਪਰਮਾਤਮਾ ਦਾ ਰੂਪ ਬਿੰਦੀ ਹੈ, ਪਰ ਉਹਨਾਂ ਵਿੱਚ ਕਿਵੇਂ ਅਵਿਨਾਸ਼ੀ ਪਾਰਟ ਨੂੰਦਿਆ ਹੋਇਆ ਹੈ ਜੋ ਕਦੀ ਮਿਟਣ ਵਾਲਾ ਨਹੀਂ ਹੈ। ਇਹ ਕੋਈ ਨਹੀਂ ਜਾਣਦੇ, ਪਰ ਪਾਠ ਅਨਾਦਿ ਪਰੰਪਰਾ ਤੋਂ ਚਲੇ ਆਉਂਦੇ ਹੈ। ਇਹਨਾਂ ਦੀ ਕਦੀ ਐਂਡ ਨਹੀਂ ਹੁੰਦੀ। ਪੁਰਾਣੀ ਦੁਨੀਆ ਦੀ ਐਂਡ ਹੋਵੇ ਉਦੋਂ ਨਈ ਦੁਨੀਆ ਹੋਵੇ। ਬਾਪ ਹੀ ਆ ਕੇ ਪਾਤਿਤ ਦੁਨੀਆ ਨੂੰ ਪਾਵਨ ਬਣਾਉਂਦੇ ਹੈ। ਬਾਬਾ ਨੇ ਸਮਝਾਇਆ ਹੈ ਮੁੱਖ ਧਰਮ ਸ਼ਾਸਤਰ ਹਨ ਹੀ 4, ਜਿਸ ਨਾਲ 4 ਧਰਮਾਂ ਦੀ ਸਥਾਪਨਾ ਹੁੰਦੀ ਹੈ। ਪਹਿਲਾ ਹੈ ਗੀਤਾ, ਫਿਰ ਇਸਲਾਮੀ ਧਰਮ ਦਾ ਸ਼ਾਸਤਰ, ਬੌਧ ਧਰਮ ਦਾ ਸ਼ਾਸਤਰ, ਕ੍ਰਿਸਚਨ ਧਰਮ ਦਾ ਫਿਰ ਬ੍ਰਿਧੀ ਹੁੰਦੀ ਹੈ। ਇਹ ਸਭ ਗੀਤਾ ਦੇ ਪੁੱਤਰ ਪੋਤਰੇ ਹੋ ਗਏ। ਇਸ ਲਈ ਗਾਇਆ ਜਾਂਦਾ ਹੈ ਸ਼੍ਰੀਮਦ ਭਾਗਵਤ ਗੀਤਾ ਜੋ ਬਾਪ ਨੇ ਗਾਈ ਹੈ। ਬਾਪ ਕਹਿੰਦੇ ਹੈ ਨਾ ਮੈਂ ਮਨੁੱਖ ਹਾਂ ਨਾ ਮੈਂ ਦੇਵਤਾ ਹਾਂ, ਮੈਂ ਊਂਚ ਤੇ ਊਂਚ ਨਿਰਾਕਾਰ ਪਰਮਾਤਮਾ ਹਾਂ। ਮੈਂ ਕਲਪ ਕਲਪ ਇਸ ਸਧਾਰਨ ਤਨ ਵਿੱਚ ਪੜ੍ਹਾਉਣ ਆਉਂਦਾ ਹਾਂ। ਤੁਸੀਂ ਜਾਣਦੇ ਹੋ ਕਿ ਹੁਣ ਅਸੀਂ ਬਰੋਬਰ ਬ੍ਰਾਹਮਣ ਬਣੇ ਹਾਂ, ਫਿਰ ਸੋ ਦੇਵਤਾ ਬਣਾਂਗੇ। ਬ੍ਰਿਧੀ ਤੇ ਹੁੰਦੀ ਜਾਂਦੀ ਹੈ। ਹਾਂ, ਕਿਸੇ ਦਾ ਬੀਕੇ ਬਣਨਾ ਮਾਸੀ ਦਾ ਘਰ ਨਹੀਂ ਹੈ। ਸਮਝਾਇਆ ਜਾਂਦਾ ਹੈ ਕਿ ਗ੍ਰਸਤ ਵਿਵਹਾਰ ਵਿੱਚ ਰਹਿੰਦੇ ਆਪਣੇ ਨੂੰ ਸ਼ਿਵ ਬਾਬਾ ਦਾ ਬੱਚਾ ਸਮਝੋ। ਤੁਸੀਂ ਸ਼ਿਵ ਬਾਬਾ ਦੇ ਪੋਤਰੇ ਵੀ ਹੋ ਅਤੇ ਬੱਚੇ ਵੀ ਹੋ। ਅਗਿਆਨ ਵਿੱਚ ਇਵੇਂ ਨਹੀਂ ਕਹਾਂਗੇ ਕਿ ਮੈਂ ਦਾਦੇ ਦਾ ਪੋਤਰਾ ਵੀ ਹਾਂ, ਬੱਚਾ ਵੀ ਹਾਂ। ਤੁਸੀਂ ਬੱਚੇ ਦਾਦੇ ਦੇ ਹੋ ਸ਼ਿਵਵੰਸ਼ੀ, ਫਿਰ ਸ਼ਿਵ ਬਾਬਾ ਐਡਾਪਟ ਕਰ ਬੀਕੇ ਬਣਾਉਂਦੇ ਹਨ। ਉਹ ਨਿਰਾਕਾਰ ਹੋ ਗਿਆ, ਉਹ ਸਾਕਾਰ ਹੋ ਗਿਆ। ਨਿਰਾਕਾਰ ਬਾਪ ਤੇ ਤੁਸੀਂ ਬੱਚੇ ਹੋ। ਫਿਰ ਕਹਿੰਦੇ ਹੈ ਬ੍ਰਹਮਾ ਦੁਆਰਾ ਮੈਂ ਤੁਹਾਨੂੰ ਅਡਾਪਟ ਕਰਦਾ ਹਾਂ। ਤਾਂ ਬ੍ਰਹਮਾ ਦੇ ਬੱਚੇ ਹੋਣ ਦੇ ਕਾਰਨ ਤੁਸੀਂ ਮੇਰੇ ਪੋਤਰੇ ਹੋ। ਤੁਹਾਨੂੰ ਵਰਸਾ ਸ਼ਿਵ ਬਾਬਾ ਕੋਲੋਂ ਮਿਲਦਾ ਹੈ। ਬਾਕੀ ਧਰਮ ਸ਼ਾਸਤਰ ਉਸ ਨੂੰ ਕਿਹਾ ਜਾਂਦਾ ਹੈ ਜਿਸ ਨਾਲ ਧਰਮ ਸਥਾਪਨ ਹੁੰਦਾ ਹੈ। ਵੇਦਾਂ ਨਾਲ ਕਿਹੜਾ ਧਰਮ ਸਥਾਪਨ ਹੋਇਆ? ਕੁਝ ਵੀ ਨਹੀਂ। ਮਹਾਭਾਰਤ ਵੀ ਧਰਮ ਸ਼ਾਸਤਰ ਨਹੀਂ ਹੈ, ਬਾਈਬਲ ਧਰਮ ਸ਼ਾਸਤਰ ਹੈ। ਗੀਤਾ ਨਾਲ ਤਾਂ ਦੇਵਤਾ ਧਰਮ ਸਥਾਪਨ ਹੋਇਆ। ਬਾਕੀ ਭਾਗਵਤ ਰਾਮਾਇਣ ਵਿੱਚ ਤਾਂ ਦੰਤ ਕਥਾएं ਲਿਖ ਦਿੱਤੀਆਂ ਹੈ, ਉਹ ਤਾਂ ਧਰਮ ਸ਼ਾਸਤਰ ਨਹੀਂ ਹੈ। ਮੁੱਲ ਗੱਲ ਹੈ ਕਿ ਆਤਮਾ ਨੂੰ ਸਮਝਣਾ ਹੈ। ਹੁਣ ਫਿਰ ਕਹਿੰਦੇ ਹੈ ਕਿ ਆਤਮਾ ਨਿਰਲੇਪ ਹੈ, ਤਾਂ ਉਲਟਾ ਹੋ ਗਿਆ ਨਾ। ਅਸਲ ਵਿੱਚ ਆਤਮਾ ਹੀ ਸਰੀਰ ਦੁਆਰਾ ਖਾਂਦੀ ਹੈ, ਵਾਸਨਾ ਲੈਂਦੀ ਹੈ। ਦੁੱਖ ਸੁੱਖ ਆਤਮਾ ਹੀ ਫੀਲ ਕਰਦੀ ਹੈ ਨਾ। ਮਹਾਤਮਾ ਪਾਪ ਆਤਮਾ ਕਿਹਾ ਜਾਂਦਾ ਹੈ। ਫਿਰ ਆਤਮਾ ਸੋ ਪਰਮਾਤਮਾ ਕਹਿ ਦਿੰਦੇ ਤਾਂ ਰੋਂਗ ਹੋ ਗਿਆ। ਸੈਂਟਰ ਤੇ ਆਉਣ ਵਾਲੇ ਕਈ ਬੱਚਿਆਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਆਤਮਾ ਕੀ ਚੀਜ਼ ਹੈ। ਤੁਸੀਂ ਖੁਦ ਕਹਿੰਦੇ ਹੈ ਆਤਮਾ ਸਟਾਰ ਹੈ, ਉਹਨਾਂ ਵਿੱਚ ਹੀ ਸਾਰਾ ਪਾਠ ਭਰਿਆ ਹੋਇਆ ਹੈ। ਆਤਮਾ ਅਤੀ ਸੂਖਸ਼ਮ ਹੈ। ਆਤਮਾ ਨੂੰ ਕਦੀ ਦੇਖ ਨਹੀਂ ਸਕਦੇ ਹੋ। ਹਾਂ, ਬਾਬਾ ਦਿਵਯ ਦ੍ਰਿਸ਼ਟੀ ਨਾਲ ਸਾਖਸ਼ਾਤਕਾਰ ਕਰਾ ਸਕਦੇ ਹੈ। ਸਾਖਸ਼ਾਤਕਾਰ ਕੀਤਾ ਫਿਰ ਗੁੰਮ ਹੋ ਜਾਏਗਾ। ਫਿਰ ਵੀ ਤੁਹਾਨੂੰ ਬੁੱਧੀ ਨਾਲ ਨਿਸ਼ਚੈ ਕਰਨਾ ਹੀ ਪਵੇਗਾ ਨਾ ਕਿ ਅਸੀਂ ਆਤਮਾ ਅਤੀ ਸੂਖਸ਼ਮ ਹਾਂ। ਜਿਵੇਂ ਵਿਵੇਕਾਨੰਦਾ ਮਿਸਾਲ ਸੁਣਾਉਂਦੇ ਹੈ ਕਿ ਉਹਨਾਂ ਨੂੰ ਜੋਤੀ ਦਾ ਸਾਖਸ਼ਾਤਕਾਰ ਹੋਇਆ। ਵੇਖਿਆ ਜੋਤੀ ਉਹਨਾਂ ਵਿੱਚ ਨਿਕਲ ਕੇ ਮੇਰੇ ਵਿੱਚ ਸਮਾਈ, ਪਰ ਇਹ ਤਾਂ ਸਾਖਸ਼ਾਤਕਾਰ ਹੋਇਆ। ਬਾਕੀ ਸਮਾਉਣ ਦੀ ਤਾਂ ਗੱਲ ਹੀ ਨਹੀਂ ਹੈ। ਆਤਮਾ ਦਾ ਸਾਖਸ਼ਾਤਕਾਰ ਹੋਇਆ ਤਾਂ ਕਿ ਆਤਮਾ ਤੇ ਤੁਸੀਂ ਹੋ ਹੀ
ਕਿੰਨੀ ਫਾਲਤੂ ਮਹਿਮਾ ਲਿਖ ਦਿੱਤੀ ਹੈ। ਸਾਖਸ਼ਾਤਕਾਰ ਹੋਇਆ ਚੰਗਾ, ਉਸ ਨਾਲ ਪ੍ਰਲਬਧ ਕੀ ਹੈ? ਕੁਛ ਵੀ ਨਹੀਂ। ਮਿਸਾਲ ਤੁਹਾਨੂੰ ਚਤੁਰਭੁਜ ਦਾ ਸਾਖਸ਼ਾਤਕਾਰ ਹੋਵੇ ਤਾਂ ਕਿ ਤੁਸੀਂ ਲక్ష్ਮੀ ਨਾਰਾਇਣ ਬਣ ਜਾਓਗੇ ਕੀ? ਏਮ ਆਬਜੈਕਟ ਤਾਂ ਇਹ ਸਿਰਫ ਸਾਖਸ਼ਾਤਕਾਰ ਹੋਇਆ। ਬਾਪ ਦਾ ਵੀ ਕੀ ਸਾਖਸ਼ਾਤਕਾਰ ਹੋਵੇਗਾ? ਜਿਵੇਂ ਆਤਮਾ ਸਟਾਰ ਹੈ ਉਵੇਂ ਉਹ ਵੀ ਸਟਾਰ ਹੈ, ਵਿਖਾਉਂਦੇ ਹੈ। ਅਰਜੁਨ ਨੇ ਕਿਹਾ ਕਿ ਹਜ਼ਾਰਾਂ ਸੂਰਜ ਤੇ ਜ਼ਿਆਦਾ ਤੇਜ਼ ਹੈ, ਅਸੀਂ ਸਹਿਣ ਨਹੀਂ ਕਰ ਸਕਦੇ। ਬਸ ਕਰੋ, ਬਸ ਕਰੋ। ਹੁਣ ਇਵੇਂ ਤਾਂ ਕੁਝ ਵੀ ਹੈ ਨਹੀਂ। ਆਗੇ ਤਾਂ ਬਹੁਤਿਆਂ ਨੂੰ ਸਾਖਸ਼ਾਤਕਾਰ ਹੁੰਦਾ ਸੀ, ਜੋ ਸੁਣਿਆ ਹੋਇਆ ਸੀ ਉਹ ਸਾਖਸ਼ਾਤਕਾਰ ਹੋ ਜਾਂਦਾ ਹੈ। ਸਮਝਦੇ ਹੈ ਸਾਡੀ ਮਨੋਕਾਮਨਾ ਪੂਰੀ ਹੋਈ, ਪਰ ਇਸ ਵਿੱਚ ਤਾਂ ਕੁਝ ਵੀ ਫਾਇਦਾ ਨਹੀਂ ਹੈ। ਬਾਪ ਕਹਿੰਦੇ ਹੈ, ਮੈਂ ਸਿਖਾ ਕੇ ਪਤਿਤਾਂ ਤੋਂ ਪਾਵਨ ਬਣਾਉਣ ਆਇਆ ਹਾਂ, ਇਵੇਂ ਨਹੀਂ ਮੁੜਦੇ ਵਿੱਚ ਸਾਹ ਪਾ ਦੇਵਾਂਗਾ। ਬਿਮਾਰੀ ਹੈ ਤਾਂ ਜਾਓ ਡਾਕਟਰ ਦੇ ਕੋਲ। ਬਾਬਾ ਆਖਦੇ ਨੇ, ਅਸੀਂ ਤਾਂ ਆਏ ਹਾਂ ਪਾਵਨ ਬਣਾਉਣ। ਪਾਵਨ ਬਣੋ ਤਾਂ ਪਾਵਨ ਦੁਨੀਆ ਵਿੱਚ ਚਲੋਗੇ। ਜ਼ਰੂਰ ਪਤਿਤ ਦੁਨੀਆ ਦਾ ਵਿਨਾਸ਼ ਹੋਵੇਗਾ, ਫਿਰ ਤੇ ਪਾਵਨ ਦੁਨੀਆ ਸਥਾਪਨ ਹੋਵੇਗੀ। ਮਹਾਭਾਰਤ ਲੜਾਈ ਦੇ ਬਾਅਦ ਕੀ ਹੋਇਆ? ਕੁਝ ਵੀ ਰਿਜ਼ਲਟ ਵਿਖਾਉਂਦੇ ਨਹੀਂ ਹੈ। ਤੁਸੀਂ ਬੱਚਿਆਂ ਨੂੰ ਹੁਣ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਰਾਜ ਸਮਝਾਉਂਦਾ ਹਾਂ। ਇਹ ਨੌਲੇਜ ਕਿਸੇ ਦੀ ਬੁੱਧੀ ਵਿੱਚ ਹੈ ਨਹੀਂ। ਬਾਬਾ ਆਖਦੇ ਨੇ, ਆਤਮਾ ਦਾ ਹੀ ਗਿਆਨ ਨਹੀਂ ਹੈ। ਬਾਬਾ ਤੋਂ ਆ ਕੇ ਪੁੱਛਦੇ ਹੈ, ਆਤਮਾ ਕੀ ਹੈ? ਬਾਬਾ ਨੂੰ ਯਾਦ ਕਿਵੇਂ ਕਰੀਏ? ਬਾਬਾ ਬੰਡਰ ਖਾਂਦੇ ਹੈ। ਸਰਵਿਸ ਕਰਨ ਵਾਲੇ ਬੱਚਿਆਂ ਵਿੱਚ ਵੀ ਆਤਮਾ ਪਰਮਾਤਮਾ ਦਾ ਗਿਆਨ ਨਹੀਂ ਹੈ ਤਾਂ ਹੋਰਨਾਂ ਨੂੰ ਕੀ ਸੁਣਾਉਂਦੇ ਹੋਣਗੇ? ਹਾਂ, ਮੁਰਲੀ ਸੁਣਾਉਂਦੇ ਰਹਿੰਦੇ ਹੈ। ਟੀਚਰਸ ਵੀ ਨੰਬਰਵਾਰ ਹੁੰਦੀ ਹੈ, ਇਸ ਲਈ ਮੁੱਖ ਜੋ ਬ੍ਰਾਹਮਣੀਆਂ ਹੈ ਉਹਨਾਂ ਨੂੰ ਮੁਕਰਰ ਕੀਤਾ ਜਾਂਦਾ ਹੈ ਕਿ ਕਲਾਸ ਵਿੱਚ ਚੱਕਰ ਲਗਾਉਣਾ ਇੱਕ ਤੋਂ ਪੁੱਛ ਕੇ ਕਿ ਆਤਮਾ ਦਾ ਰੂਪ ਕੀ ਹੈ, ਪਰਮਾਤਮਾ ਦਾ ਰੂਪ ਕੀ ਹੈ, ਸੁਪਰਵਾਈਜ਼ ਕਰਨੀ ਚਾਹੀਦੀ ਹੈ। ਜਦ ਤੱਕ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਨਾ ਕਰੇ ਤਾਂ ਵਿਕਰਮ ਵਿਨਾਸ਼ ਵੀ ਹੋ ਨਾ ਸਕੇ। ਮਨੁੱਖ ਬਿਲਕੁਲ ਪੱਥਰ ਬੁੱਧੀ ਹੈ, ਉਹਨਾਂ ਨੂੰ ਪਾਰਸ ਬੁੱਧੀ ਬਣਾਉਣ ਵਿੱਚ ਮਿਹਨਤ ਲੱਗਦੀ ਹੈ। ਦਿਲਵਾੜਾ ਮੰਦਿਰ ਵਿੱਚ ਵੇਖੋ, ਆਦਿ ਦੇਵ ਦਾ ਕਾਲਾ ਚਿੱਤਰ ਹੈ, ਫਿਰ ਉੱਪਰ ਵਿੱਚ ਸਵਰਗ ਦੀ ਸੀਨ ਬਣਾਈ ਹੈ। ਮੰਦਿਰ ਬਣਾਉਣ ਵਾਲੇ ਤਾਂ ਕਰੋੜਪਤੀ ਹੈ, ਜਾਣਦੇ ਕੁਝ ਵੀ ਨਹੀਂ। ਮਹਾਵੀਰ ਕਹਿੰਦੇ ਹੈ ਪਰ ਅਰਥ ਕੁਝ ਵੀ ਨਹੀਂ ਸਮਝਦੇ। ਜਗਤੰਬਾ ਮਹਾਰਾਣੀ ਬੰਦੀ ਹੈ ਨਾ, ਆਦਿ ਦੇਵ ਦੀ ਬੇਟੀ ਸਰਸਵਤੀ ਹੈ। ਮੰਦਿਰ ਤਾਂ ਕਈ ਬਣਾਏ ਹੈ, ਟਰਸਟੀ ਲੋਕ ਆਪ ਹੀ ਜਾਣਦੇ ਨਹੀਂ। ਪੁਜਾਰੀ ਵੀ ਕਹਿਣਗੇ ਅਸੀਂ ਤਾਂ ਸੰਭਾਲ ਲਈ ਬੈਠੇ ਹਾਂ, ਮੰਦਿਰ ਫਲਾਣੇ ਨੇ ਬਣਾਇਆ ਹੈ, ਅਸੀਂ ਕੀ ਜਾਣੀਏ। ਮਨੁੱਖ ਆਉਂਦੇ ਹੈ, ਮੱਥਾ ਟੇਕ ਕੇ ਚਲੇ ਜਾਂਦੇ ਹੈ। ਹੁਣ ਤੁਹਾਨੂੰ ਕਿੰਨੀ ਰੋਸ਼ਨੀ ਮਿਲੀ ਹੈ। ਇਹ ਪੜ੍ਹਾਈ ਹੈ ਮਨੁੱਖ ਤੋਂ ਦੇਵਤਾ ਬਣਨ ਦੀ। ਮਨੁੱਖ ਗੀਤਾ ਭਵਨ ਬਣਾਉਂਦੇ ਹੈ, ਪਰ ਗੀਤਾ ਕਿਸ ਨੇ ਰਚੀ ਇਹ ਕਿਸੇ ਨੂੰ ਪਤਾ ਨਹੀਂ ਹੈ। ਵੱਡੇ ਵੱਡੇ ਕਰੋੜਪਤੀ ਵੱਡੇ ਵੱਡੇ ਮੰਦਿਰ ਬਣਾਉਂਦੇ ਹੈ, ਜਾਣਦੇ ਕੁਝ ਵੀ ਨਹੀਂ। ਬਾਪ ਆ ਕੇ ਸਾਰੇ ਡਰਾਮੇ ਦਾ ਰਾਜ ਤੁਹਾਨੂੰ ਸਮਝਾਉਂਦੇ ਹੈ। ਅੱਛਾ, ਹੋਰ ਕੁਝ ਨਹੀਂ ਸਮਝਦੇ ਹੋ ਤਾਂ ਸਿਰਫ ਸ਼ਿਵ ਬਾਬਾ ਨੂੰ ਯਾਦ ਕਰਦੇ ਰਹੋ, ਇਹ ਵੀ ਚੰਗਾ। ਬਾਪ ਨੂੰ ਯਾਦ ਕਰਦੇ ਹੈ ਨਾ, ਸ਼ਿਵ ਬਾਬਾ ਹੈ ਹੀ ਆਤਮਾਵਾਂ ਦਾ ਬਾਪ। ਮਰਨ ਸਮੇਂ ਸ਼ਿਵ ਬਾਬਾ ਦੇ ਸਿਵਾਏ ਹੋਰ ਕੁਝ ਵੀ ਯਾਦ ਨਾ ਆਵੇ ਤਾਂ ਵੀ ਸਵਰਗ ਵਿੱਚ ਜਾਣਗੇ। ਕੋਈ ਘੱਟ ਗੱਲ ਥੋੜ੍ਹੀ ਹੈ। ਪਹਿਲੇ ਤਾਂ ਆਪਣੇ ਨੂੰ ਆਤਮਾ ਨਿਸ਼ਚੈ ਕਰਨਾ ਹੈ, ਉਹ ਹੈ ਫਿਰ ਪਰਮ ਪਿਤਾ ਪਰਮਾਤਮਾ। ਨਾਮ ਉਹਨਾਂ ਦਾ ਸ਼ਿਵ ਹੈ। ਆਤਮਾਵਾਂ ਵੀ ਬਿੰਦੀ ਰੂਪ ਹੈ, ਪਰਮਾਤਮਾ ਵੀ ਬਿੰਦੀ ਹੈ। ਜਿਵੇਂ ਆਤਮਾ ਵਿੱਚ 84 ਜਨਮਾਂ ਦਾ ਪਾਠ ਹੈ, ਪਰਮਾਤਮਾ ਦਾ ਵੀ ਪਾਠ ਹੈ ਪਤਿਤਾਂ ਨੂੰ ਪਾਵਨ ਬਣਾਉਣ ਦਾ। ਭਗਤੀ ਵਿੱਚ ਮੈਂ ਸਰਬ ਦੀ ਮਨੋਕਾਮਨਾਵਾਂ ਪੂਰੀ ਕਰਦਾ ਹਾਂ। ਦਿਵਯ ਦ੍ਰਿਸ਼ਟੀ ਦੀ ਚਾਬੀ ਬਾਪ ਦੇ ਹੱਥ ਵਿੱਚ ਹੈ। ਇਹ ਵੀ ਡਰਾਮੇ ਵਿੱਚ ਪਾਠ ਬਣਿਆ ਹੋਇਆ ਹੈ। ਉਹ ਮੇਰੇ ਕੰਮ ਨਹੀਂ ਹੈ ਜਿਸ ਤੋਂ ਮਨੁੱਖ ਕਿਸੇ ਨੂੰ ਦੁੱਖ ਦੇਣ। ਬਾਬਾ ਆਖਦੇ ਨੇ, ਉਹ ਕਾਮਨਾਵਾਂ ਮੈਂ ਪੂਰੀ ਨਹੀਂ ਕਰਦਾ। ਉਹ ਸਭ ਬੱਚੇ ਪੁਰਸ਼ਾਰਥੀ ਹੈ। 16 ਕਲਾ ਕੋਈ ਬਣਿਆ ਨਹੀਂ ਹੈ। ਜਦ ਤੱਕ ਵਿਨਾਸ਼ ਹੋਵੇ ਉਦੋਂ ਤੱਕ ਪੁਰਸ਼ਾਰਥ ਚੱਲਦਾ ਹੀ ਹੈ। ਕਿਸੇ ਦੀ ਵੀ ਤਾਕਤ ਨਹੀਂ ਜੋ ਕਹੇ ਕਿ 16 ਕਲਾ ਸੰਪੂਰਨ ਬਣ ਗਏ ਹਾਂ, ਬਣ ਹੀ ਨਹੀਂ ਸਕਦੇ। ਉਹ ਅਵਸਥਾ ਹੋਵੇਗੀ ਅੰਤ ਵਿੱਚ, ਭਾਵੇਂ ਕੋਈ ਰਾਤ ਦਿਨ ਉੱਠ ਕੇ ਬੈਠ ਜਾਣ, ਪਰ ਬਣ ਨਹੀਂ ਸਕਣਗੇ।
ਇਸ ਸਮੇਂ ਕੋਈ ਕਰਮਾਤੀਤ ਬਣ ਜਾਣ ਤਾਂ ਸਰੀਰ ਛੱਡਣਾ ਪਏ, ਸੂਖਸ਼ਮ ਵਤਨ ਵਿੱਚ ਜਾ ਕੇ ਬੈਠਣਾ ਪਏ, ਮੂਲ ਵਤਨ ਵਿੱਚ ਤਾਂ ਜਾ ਨਾ ਸਕਣ। ਪਹਿਲੇ ਬਰਾਈਟ ਗਰੂਮ ਜਾਵੇ ਤਾਂ ਤੇ ਬਰਾਈਡਸ ਜਾਣਗੀਆਂ, ਉਹਨਾਂ ਤੋਂ ਪਹਿਲੇ ਕਿਵੇਂ ਜਾ ਸਕਦੇ ਹੈ। ਬੁੱਧੀ ਵੀ ਕਿੰਨੀ ਦੂਰਾਦੇਸ਼ੀ ਚਾਹੀਦੀ ਹੈ। ਅੱਛਾ, ਮਿੱਠੇ ਮਿੱਠੇ ਸਿੱਕੀ ਲੈਂਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਯਾਦ ਪਿਆਰ ਗੁੱਡ ਮਾਰਨਿੰਗ ਅਤੇ ਨਮਸਤੇ ਜੀ। ਧਾਰਨਾ ਲਈ ਮੁੱਖ ਸਾਰ ਨੰਬਰ 1 ਪਰ ਸਾਖਸ਼ਾਤਕਾਰ ਆਦਿ ਦੀ ਆਸ ਨਾ ਰੱਖ, ਨਿਸ਼ਚੈ ਬੁੱਧੀ ਬਣ ਪੁਰਸ਼ਾਰਥ ਕਰਨਾ ਹੈ। ਪਹਿਲੇ ਨਿਸ਼ਚੈ ਕਰਨਾ ਹੈ ਕਿ ਮੈਂ ਅਤੀ ਸੂਖਸ਼ਮ ਆਤਮਾ ਹਾਂ। ਨੰਬਰ 2 ਬਿਮਾਰੀ ਆਦਿ ਵਿੱਚ ਬਾਪ ਦੀ ਯਾਦ ਵਿੱਚ ਰਹਿਣਾ ਹੈ। ਇਹ ਵੀ ਕਰਮ ਭੋਗ ਹੈ। ਯਾਦ ਨਾਲ ਹੀ ਆਤਮਾ ਪਾਵਨ ਬਣੇਗੀ, ਪਾਵਨ ਬਣ ਕੇ ਪਾਵਨ ਦੁਨੀਆ ਵਿੱਚ ਚੱਲਣਾ ਹੈ। ਵਰਦਾਨ ਹੈ ਅੱਜ ਦਾ। ਗਿਆਨ ਅਤੇ ਯੋਗ ਦੇ ਬਲ ਦੁਆਰਾ ਮਾਇਆ ਦੀ ਸ਼ਕਤੀ ਤੇ ਵਿਜੇ ਪ੍ਰਾਪਤ ਕਰਨ ਵਾਲੇ ਮਾਇਆ ਜੀਤ ਜਗਤ ਜੀਤ ਭਵ। ਗਿਆਨ ਅਤੇ ਯੋਗ ਦੇ ਬਲ ਦੁਆਰਾ ਮਾਇਆ ਦੀ ਸ਼ਕਤੀ ਤੇ ਵਿਜੇ ਪ੍ਰਾਪਤ ਕਰਨ ਵਾਲੇ ਮਾਇਆ ਜੀਤ ਜਗਤ ਜੀਤ ਭਵ। ਬਾਬਾ ਆਖਦੇ ਨੇ ਦੁਨੀਆ ਵਿੱਚ ਸਾਇੰਸ ਦਾ ਵੀ ਬਲ ਹੈ, ਰਾਜ ਦਾ ਵੀ ਬਲ ਹੈ ਅਤੇ ਭਗਤੀ ਦਾ ਵੀ ਬਲ ਹੈ, ਪਰ ਤੁਹਾਡੇ ਕੋਲ ਹੈ ਗਿਆਨ ਬਲ ਅਤੇ ਯੋਗ ਬਲ। ਇਹ ਸਭ ਤੋਂ ਸ੍ਰੇਸ਼ਟ ਬਲ ਹੈ। ਇਹ ਯੋਗ ਬਲ ਮਾਇਆ ਤੇ ਹਮੇਸ਼ਾ ਦੇ ਲਈ ਵਿਜਈ ਬਣਾਉਂਦਾ ਹੈ। ਇਸ ਬਲ ਦੇ ਅੱਗੇ ਮਾਇਆ ਦੀ ਸ਼ਕਤੀ ਕੁਝ ਵੀ ਨਹੀਂ ਹੈ। ਮਾਇਆ ਜੀਤ ਆਤਮਾਵਾਂ ਕਦੀ ਸੁਪਨ ਵਿੱਚ ਵੀ ਹਾਰ ਨਹੀਂ ਖਾ ਸਕਦੀ। ਉਹਨਾਂ ਦੇ ਸੁਪਨੇ ਵੀ ਸ਼ਕਤੀਸ਼ਾਲੀ ਹੋਣਗੇ ਤਾਂ ਹਮੇਸ਼ਾ ਇਹ ਸ਼੍ਰੀ ਮਤ ਰਹੇ ਕਿ ਅਸੀਂ ਯੋਗ ਬਲ ਵਾਲੀ ਆਤਮਾਵਾਂ ਹਮੇਸ਼ਾ ਵਿਜਈ ਹਾਂ ਅਤੇ ਵਿਜਈ ਰਹਾਂਗੀਆਂ। ਸਲੋਗਨ ਹੈ ਅੱਜ ਦਾ। ਕਰਮ ਕਰਦੇ ਕਰਮ ਦੇ ਬੰਧਨਾਂ ਤੋਂ ਮੁਕਤ ਰਹਿਣਾ ਹੀ ਫਰਿਸ਼ਤਾ ਬਣਨਾ ਹੈ। ਕਰਮ ਕਰਦੇ ਕਰਮ ਦੇ ਬੰਧਨਾਂ ਤੋਂ ਮੁਕਤ ਰਹਿਣਾ ਹੀ ਫਰਿਸ਼ਤਾ ਬਣਨਾ ਹੈ। ਅੱਛਾ, ਓਮ ਸ਼ਾਂਤੀ।